ਸਾਡੇ ਪਰਿਵਾਰ ਦੇ ਸਦੱਸਿਆ ਨੇ, ਭਾਵੇਂ ਇਹਨਾਂ ਦੀ ਨੀਅਤ ਖਰਾਬ ਹੋ ਗਈ ਹੈ, ਅੱਜ ਇਹ ਮਤਲਬ ਕਿ ਸਾਡਾ ਹੀ ਘਰ ਖੋਹਣ ਦੀ ਕੋਸ਼ਿਸ਼ ਕਰਦੇ ਪਏ, ਸਾਨੂੰ ਮਾਰਨ ਦੀ ਕੋਸ਼ਿਸ਼ ਕਰਦੇ ਪਏ। ਈਵਨ ਪਰਿਵਾਰ ਵਾਲੇ ਨਹੀਂ, ਘਰ ਦੇ ਵੱਡੇ ਮੈਂਬਰਸ ਸਾਡੇ ਜਿਹੜੇ ਗੁਰੂਜਨ ਨੇ, ਉਹ ਵੀ ਇਹ ਕੰਮ, ਉਹਨਾਂ ਦੀ ਵੀ ਸੋਚ ਏਦਾਂ ਦੀ ਹੋ ਚੁੱਕੀ ਹੈ ਕਿ ਉਹ ਵੀ ਸਾਨੂੰ ਮਾਰਨ ਦੀ ਕੋਸ਼ਿਸ਼ ਕਰਦੇ ਪਏ। ਠੀਕ ਹੈ, ਜੇ ਉਹਨਾਂ ਦੀ ਜੇ ਬੁੱਧੀ ਦ੍ਰਿਸ਼ਟੀ ਗਈ ਹੈ, ਕੀ ਕੀਤਾ ਜਾ ਸਕਦਾ? ਘੱਟੋ ਘੱਟ ਸਾਨੂੰ ਤੇ ਪਤਾ ਨਾ ਸਹੀ ਕੀ ਹੈ ਤੇ ਗਲਤ ਕੀ ਹੈ। ਸਾਨੂੰ ਪਤਾ ਕਿ ਉਹ ਗਲਤ ਕਰਦੇ ਪਏ ਤੇ ਅਸੀਂ ਉਹਨਾਂ ਨੂੰ ਮਾਰ ਕੇ ਅਸੀਂ ਕਿਉਂ ਪਾਪ ਦੇ ਭਾਗੀ ਬਣੀਏ? ਕਿਉਂ ਪਾਪ ਕਰੀਏ? ਗੁਰੂ ਨੂੰ ਮਾਰ ਕੇ ਪਾਪ ਲੱਗਦਾ ਹੈ, ਇਹ ਗੁਰੂ ਨੂੰ ਨਹੀਂ ਮਾਰਦੇ। ਉਹ ਸਾਡੇ ਜਿਹੜੇ ਫੈਮਿਲੀ ਮੈਂਬਰਸ ਨੇ ਸਾਡੇ ਨਾਲ ਗਲਤ ਕਰਦੇ ਪਏ ਨੇ, ਕਿਉਂ ਮਾਰਨਾ? ਚਲੋ ਜੋ ਵੀ ਹੈ, ਜਿੱਦਾਂ ਵੀ ਹੈ, ਸਾਡੇ ਵੱਡੇ ਨੇ ਤੇ ਵੱਡਿਆਂ ਨੂੰ ਮਾਰ ਕੇ ਅਸੀਂ ਕਿਉਂ ਪਾਪ ਲਈਏ? ਅਰਜੁਨ ਦੱਸਦਾ ਪਿਆ ਕਿ ਮੈਂ ਪਾਪ ਨਹੀਂ ਕਰਨਾ, ਇਸ ਕਰਕੇ ਮੈਂ ਯੁੱਧ ਨਹੀਂ ਕਰਨਾ। ਭਗਵਾਨ ਹੁਣ ਅਰਜੁਨ ਦਾ ਇਹੀ ਪੁਆਇੰਟ, ਜਿਹੜਾ ਪਾਪ ਨਹੀਂ ਕਰਕੇ ਮੈਂ ਯੁੱਧ ਕਰਕੇ ਮੈਨੂੰ ਪਾਪ ਲੱਗੇਗਾ, ਇਸ ਕਰਕੇ ਮੈਂ ਯੁੱਧ ਨਹੀਂ ਕਰਨਾ, ਗਾਣੇ ਚ ਕੱਟ ਰਹੇ ਹੈ ਦੂਜੇ ਅਧਿਆਇ ਦੇ ਸ਼ਲੋਕ ਸੰਖਿਆ 33 ਤੇ 34 ਦੇ ਵਿੱਚ। ਅਰਜੁਨ, ਜੇ ਤੂੰ ਯੁੱਧ ਨਾ ਕਰੇਗਾ ਫਿਰ ਤੈਨੂੰ ਪਾਪ ਲੱਗੇਗਾ, ਯੁੱਧ ਕਰਨ ਦੇ ਨਾਲ ਪਾਪ ਨਹੀਂ ਲੱਗੇਗਾ। ਕੀ ਕਹਿ ਰਹੇ ਸ਼ਲੋਕ संख्या 33 ਵਿੱਚ? किंतु यदि तुम युद्ध करने के स्वधर्म को संपन्न नहीं करते तो तुम्हें निश्चित रूप से अपने कर्तव्य की उपेक्षा करने का पाप लगेगा और तुम योद्धा के रूप में भी अपना यश खो दोगे। भगवान इसे अर्जुन ਨੂੰ ਲਾਲਚ ਨਹੀਂ ਦੇ ਰਹੇ, अर्जुन ਨੂੰ ਐਡਵਾਈਸ ਕਰਦੇ ਹੈ ਕਿ अर्जुन ਤੂੰ ਸੋਚ ਰਿਹਾ ਹੈ ਕਿ युद्ध ना करके पाप लगेगा? नहीं, जे तू युद्ध नहीं करेगा, सॉरी युद्ध करके पाप लगेगा, अर्जुन तो ऐसा सोचता पाया और कह रहे कि ये तू युद्ध नहीं करेगा फिर तेन पाप लगेगा। क्योंकि यही बड़ी बारी ऐसे समझा चुके हैं कि बड़ी बारी यह पॉइंट आ गया कि अर्जुन क्षत्रिय है तो क्षत्रिय का धर्म है युद्ध करना। मैं ज्यादा पॉइंट बोलना नहीं चाहता क्योंकि बहुत बारी इस पॉइंट पे डिस्कस कर चुके हैं। और गीता ਦੇ ਇੱਕ ਸ਼ਲੋਕ ਹੈ ਭਗਵਦ ਗੀਤਾ ਅਧਿਆਇ 18 ਦੇ ਵਿੱਚ, ਉਹ ਚ क्षत्रिय ਦਾ ਧਰਮ ਦੱਸਿਆ ਗਿਆ। ਸਿਰਫ ਯੁੱਧ ਕਰਨਾ क्षत्रिय ਦਾ ਧਰਮ ਨਹੀਂ ਹੈ, ਬਹੁਤ ਸਾਰੇ ਧਰਮ ਹੈ। ਜਿਵੇਂ ਸ਼ਲੋਕ ਸੰਖਿਆ 43 ਅਧਿਆਇ 18 ਇਹਦੇ ਵਿੱਚ ਕ੍ਰਿਸ਼ਨਾ ਕਹਿ ਰਿਹਾ ਹੈ, शौर्यम तेजो धृतिर्दाक्ष्यम युद्धे चाप्ये पलायनम दानम ईश्वर भावश्च क्षात्र कर्मम स्वभावजम। क्षत्रिय धर्म की है, सिर्फ युद्ध करना क्षत्रिय धर्म नहीं है, और भी बड़िया सारी चीजें हैं। जिमें शौर्यम, शौर्यम रूपा लिख रहे वीरता, तेजो शक्ति, धृति, धृति बोला गया, प्रभा लिख रही है, धृति लिख रही है संकल्प, धैर्य, दाक्ष्यम, दाक्ष्यम युद्धे, दाक्ष्यम युद्धे, युद्ध ਦੇ ਵਿੱਚ ਦਕਸ਼ਤਾ, ਐਕਸਪਰਟ। ਫਿਰ ਅਗੋਂ ਚ ਅਪੀ ਅਪਲਾਇਨ, ਚਾਪੀਏ ਪਲਾਇਨ। ਤੇ ਹੋਰ ਕੀ ਹੈ ਕਿ ਯੁੱਧ ਕਰਨਾ, ਉਹਦੇ ਵਿੱਚ ਐਕਸਪਰਟ ਹੋਣਾ ਚਾਹੀਦਾ, ਤੇ ਯੁੱਧ ਚੋਂ ਨਾ ਭੱਜਣਾ ਵੀ क्षत्रिय ਦਾ ਧਰਮ ਹੈ। इसलिए क्षत्रिय ਨੂੰ ਕੋਈ ਜੇਕਰ ਲਲਕਾਰੇ ਕਿ ਤੁਸੀਂ ਮੇਰੇ ਨਾਲ ਯੁੱਧ ਕਰੋ ਤੇ क्षत्रिय ਨੂੰ ਤੇ ਯੁੱਧ ਕਰਨਾ ਪੈਂਦਾ। ਫਿਰ ਦਾਨਮ ਈਸ਼ਵਰ ਭਾਵਸਚ, ਦਾਨਮ ਦਾਨ ਦੇਣਾ, ਦਾਨ ਦੇਣਾ ਵੀ क्षत्रिय ਦਾ ਧਰਮ ਹੈ। ਉਦਾਰਤਾ ਹੋਣੀ ਚਾਹੀਦੀ ਹੈ क्षत्रिय ਦਾ, ਮਤਲਬ ਕਿ ਉਹਦਾ ਦਿਲ ਵੱਡਾ ਹੋਣਾ ਚਾਹੀਦਾ ਹੈ, ਨਹੀਂ ਕਿ ਬਿਲਕੁਲ ਹੀ ਬਸ ਲੜਨਾ ਹੀ ਉਹਦਾ ਧਰਮ ਹੈ। ਫਿਰ ਈਸ਼ਵਰ ਭਾਵਸਚ, ਈਸ਼ਵਰ ਭਾਵਸਚ ਦਾ ਮਤਲਬ ਹੈ ਨੇਤृत्व, ਲੀਡਰਸ਼ਿਪ ਕੁਆਲਿਟੀ। ਇਹ क्षत्रिय ਦਾ ਧਰਮ ਹੈ। ਪਹਿਲਾ ਕੀ ਹੈ? ਵੀਰਤਾ, ਉਹਦੇ ਚ ਵੀਰਤਾ ਹੋਣੀ ਚਾਹੀਦੀ ਹੈ, ਡਰਪੋਕ ਨਹੀਂ ਹੋਣਾ ਚਾਹੀਦਾ, ਸ਼ਕਤੀ ਹੋਣੀ ਚਾਹੀਦੀ ਹੈ। ਐ ਨਹੀਂ ਕਿ ਉਹ ਸਿਕਸ ਪੈਕਸ ਨੇ ਤੇ ਡੋਲੇ ਛੋਲੇ ਬਣੇ ਦੇ ਹੈ, ਬੋਡੀ ਛੋਟੀ ਬਣੀ ਦੀ ਹੈ, ਉਹ ਰੋਜ਼ ਜਿਮ ਜਾਂਦਾ, ਨਹੀਂ, ਸ਼ਕਤੀ ਹੋਣੀ ਚਾਹੀਦੀ। ਜ਼ਰੂਰੀ ਨਹੀਂ ਹੈ ਕਿ ਜਿਹਦੇ ਡੋਲੇ ਛੋਲੇ ਹੈ, ਜਿਹੜਾ ਬੰਦਾ ਭਲਵਾਨ ਹੈ ਉਹਦੇ ਵਿੱਚ ਹੀ ਸ਼ਕਤੀ ਹੈ। ਸ਼ਕਤੀ ਇੱਥੇ ਹੁੰਦੀ ਹੈ ਮਾਈਂਡ ਦੇ ਵਿੱਚ, ਜਾਂ ਸ਼ਕਤੀ ਇੱਥੇ ਹੁੰਦੀ ਹੈ ਬ੍ਰੇਨ ਦੇ ਵਿੱਚ। ਉਹ ਕਹਿੰਦੇ ਨਾ ਅਕਲ ਬੜੀ ਜਾਂ ਬਹਿਸ, भैंस ਦੇ ਵਿੱਚ ਤੇ ਸ਼ਕਤੀ ਜ਼ਿਆਦਾ ਹੈ ਪਰ ਅਕਲ ਜ਼ਿਆਦਾ ਵੱਡੀ ਹੈ। ਫਿਰ ਤੀਜਾ ਆ ਰਿਹਾ ਸੰਕਲਪ, ਡਿਟਰਮੀਨੇਸ਼ਨ। क्षत्रिय ਦੇ ਵਿੱਚ ਸੰਕਲਪ ਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਅਸੀਂ ਮੈਂ ਪੜ੍ਹਦਾ ਪਿਆ ਸੀ ਕਿ
हर वारी यही सिर्फ जे यही सोचिए कि युद्ध करना क्षत्रिय धर्म हैगा है, पर युद्ध विचों ना भजना भी क्षत्रिय धर्म है। भज नहीं सकता क्षत्रिय, ਉਹਨੂੰ ਜੇ ਕੋਈ ਲਲਕਾਰ ਦੇ ਦੇ। ਇਸ ਕਰਕੇ ਅਰਜੁਨ of course being क्षत्रिय, अर्जुन ਦਾ ਧਰਮ ਆਂਦਾ युद्ध करना, अधर्म ਨੂੰ ਖਤਮ ਕਰਨਾ ਵੀ अर्जुन ਉਹਦਾ ਧਰਮ ਹੈ। ਫਿਰ ਵੀਰਤਾ ਦਿਖਾਣਾ, युद्ध ਦੇ ਵਿੱਚ ਦਕਸ਼ਤਾ ਹੋਣੀ, ਕਿਦਾਂ युद्ध करना, ਉਹ ਸਾਰੀਆਂ ਚੀਜ਼ਾਂ। बस अर्जुन की है थोड़ा जा इमोशनल हो गया, इस करके वो अपना धर्म भुल गया। वो अपना धर्म भुल गया, इस करके जो व्यक्ति भुल जाता है की करना है या की नहीं करना, तो फिर क्रोधात भवति सम्मोहा, सम्मोहात बुद्धिनाशो पुराना। जो बंदा मोहित हो जाता है, आसक्त हो जाता है, तो फिर ਉਹਦੀ बुद्धि का नाश हो जाता। सही की करना है, गलत की नहीं करना, ਉਹਨੂੰ ਪਤਾ ਨਹੀਂ ਲੱਗਦਾ। ਇਸ ਕਰਕੇ ਅਰਜੁਨ ਸੋਚਦਾ ਪਿਆ ਕਿ ਮੈਂ ਨਾ ਹੀ ਲੜਾਂ ਤੇ ਚੱਲ। ਪਰ ਭਗਵਾਨ, ਕਿਉਂਕਿ ਅਰਜੁਨ ਦੇ ਨਾਲ ਭਗਵਾਨ ਕ੍ਰਿਸ਼ਨ, ਯਤਰ ਯੋਗੇਸ਼ਵਰਾ ਕ੍ਰਿਸ਼ਨ, ਭਗਵਾਨ ਨੂੰ ਪਤਾ ਹੈ ਕਿ ਅਰਜੁਨ ਦੇ ਅੰਦਰ ਕੀ ਚੱਲਦਾ। ਉਹਨੂੰ ਪਤਾ ਹੈ ਕਿ ਅਰਜੁਨ ਡਰਦਾ ਪਿਆ ਕਿ ਮੈਨੂੰ ਪਾਪ ਲੱਗੇਗਾ। ਭਗਵਾਨ ਕਹਿ ਰਿਹਾ ਕਿ ਨਹੀਂ ਕਾਕਾ, ਨਹੀਂ ਅਰਜੁਨ, ਤੂੰ ਯੁੱਧ ਨਾ ਕਰੇਗਾ ਫਿਰ ਤੈਨੂੰ ਪਾਪ ਲੱਗੇਗਾ। ਕਿਉਂਕਿ ਪਹਿਲੀ ਗੱਲ ਤੇ ਤੂੰ ਭੱਜਦਾ ਪਿਆ ਆਪਣੇ ਕਰਤੱਵ ਤੋਂ। ਇੱਥੋਂ ਸਾਨੂੰ ਸਿੱਖਿਆ ਮਿਲਦੀ ਹੈ ਕਦੀ ਵੀ अपने कर्तव्य तो भजना नहीं चाहिए। मैं आवागा इस पॉइंट पे, कि तुम योद्धा के रूप में भी अपना यश खो दो, भजेगा तो तुम अपना यश खो देगा। दो ए श्लोक के भगवान दो पॉइंट्स अर्जुन को समझा रहे कि पहला तो तू अपने कर्तव्य तो ना भज। अपने तात्पर्य ਦੇ ਵਿੱਚ अर्जुन ਦੀ ग्लोरीफिकेशन लिख ਰਿਹਾ कि अर्जुन शिव जी ਦੇ ਨਾਲ ਲੜਿਆ, ਉਹਨਾਂ ਪਸ਼ੂ ਪਾਤ ਰਸਰ ਦਿੱਤਾ, ਇੰਦਰ ਦੇ ਕੋਲ ਗਏ, ਉਥੋਂ ਇੰਦਰ ਦੇ ਕੋਲ ਵਸਤਰ ਪ੍ਰਾਪਤ ਕੀਤੇ। ਫਿਰ ਅਰਜੁਨ ਦਾ ਇੱਕ ਨਾਂ ਸੀ ਧਨੰਜय, ਉਹਨੇ 3 ਲੋਕਾਂ ਦਾ ਧਨ ਇਕੱਠਾ ਕਰਕੇ ਲੈ ਕੇ ਆਇਆ ਸੀ ਸਾਰਾ। ਅਰਜੁਨ ਕਾਫੀ ਬਲਸ਼ਾਲੀ ਯੋਧਾ ਸੀ, ਕਾਫੀ ਫੇਮਸ ਸੀ, ਕਿਉਂਕਿ ਸਾਰਾ ਸੰਸਾਰ ਤੇ ਚਲੋ ਨਹੀਂ ਕਹਿ ਸਕਦੇ, ਪੂਰਾ ਬ੍ਰਹਮੰਡ ਅਰਜੁਨ ਨੂੰ ਜਾਣਦਾ ਸੀ। ਅਰਜੁਨ ਕੀ ਉਹ ਅਰਜੁਨ ਅੱਜ ਇਹੋ ਜਿਹੀ ਗੱਲ ਕਰਦਾ ਪਿਆ ਸੀ ਕਿ ਉਹ ਇਸ ਕਰਕੇ ਭਗਵਾਨ ਕਹਿ ਰਿਹਾ ਕਿ ਤੂੰ ਆਪਣਾ ਸਾਰਾ ਯਸ਼ ਖੋ ਦੇ। ਜਿੰਨੀ ਨੇਮ ਐਂਡ ਫੇਮ ਹੈ ਸਾਰਾ ਅਰਜੁਨ ਜੇ ਮਨਾ ਕਰ ਦੇਗਾ ਯੁੱਧ ਕਰਨ ਵਾਸਤੇ, ਉਹ ਸਾਰੀ ਡੀਫੇਮ ਹੋ ਜਾਏਗੀ। ਸ਼ਾਸਤਰਾਂ 'ਚ ਕਿਹਾ ਹੈ, ਧਰਮ ਸ਼ਾਸਤਰਾਂ 'ਚ ਕਿਹਾ ਹੈ ਕਿ ਇਫ ਮਨੀ ਇਜ਼ ਲੋਸਿਸ ਦੈਨ ਨਥਿੰਗ ਇਜ਼ ਲੋਸਿਸ। ਕਿ ਪੰਜਾਬੀ 'ਚ ਮਤਲਬ ਕਿ ਮੈਂ ਚਲੋ ਕਿ ਜੇਕਰ ਤੁਹਾਡੀ ਸੰਪत्ति ਚਲੀ ਗਈ ਹਨਾ, ਤੁਸੀਂ ਕੰਗਾਲ ਹੋ ਗਏ ਤੇ ਕੋਈ ਦਿੱਕਤ ਨਹੀਂ, ਪਰ ਜੇ ਤੁਹਾਡਾ ਚਰਿੱਤਰ ਚਲਾ ਗਿਆ ਫੇਰ ਤੇ ਬਈ ਹੋਈ ਗਏ, ਫੇਰ ਤੁਸੀਂ ਸੰਸਾਰ 'ਚ ਰਹਿ ਨਹੀਂ ਸਕਦੇ ਹਨਾ। ਜਦੋਂ ਇੱਕ ਫੇਮ ਹੁੰਦਾ, ਇੱਕ ਡੀ ਫੇਮ ਹੁੰਦਾ, ਕੀ ਕਹਿੰਦੇ ਨੇ ਉਹਨੂੰ, ਇੱਕ ਤਾਂ ਜਦੋਂ ਮਸ਼ਹੂਰ ਹੋ ਗਏ ਸਹੀ ਕੰਮ ਕਰਕੇ ਮਸ਼ਹੂਰ ਹੋ ਗਏ, ਪਰ ਇੱਕ ਤੁਸੀਂ ਗਲਤ ਕੰਮ ਕਰਕੇ ਮਸ਼ਹੂਰ ਹੋ ਗਏ, ਤੇ ਇੱਕ ਹੁੰਦਾ ਨਾ ਇੱਕ ਬਦਨਾਮ ਹੁੰਦਾ। ਜਦੋਂ ਬੰਦਾ ਬਦਨਾਮ ਹੋ ਜਾਂਦਾ ਨਾ ਤੇ ਫਿਰ ਉਹਦੀ ਕਿਤੇ ਇੱਜ਼ਤ ਨਹੀਂ ਰਹਿੰਦੀ। ਭਗਵਾਨ ਅਰਜੁਨ ਕਹਿ ਰਿਹਾ ਕਿ ਅਰਜੁਨ ਜੇ ਤੂੰ ਬਦਨਾਮ ਹੋ ਗਿਆ, ਜੇ ਤੂੰ ਬਦਨਾਮ ਹੋ ਗਿਆ ਫੇਰ ਤੇ ਤਿੰਨਾਂ ਲੋਕਾਂ ਦੇ ਵਿੱਚ ਤੇਰੀ ਬਦਨਾਮੀ ਹੋ ਜਾਏਗੀ, ਤੈਨੂੰ ਕੋਈ ਚੰਗਾ ਨਹੀਂ ਸਮਝੇਗਾ। ਔਰ ਜੇ ਤੂੰ ਕਹੇਗਾ ਮੈਨੂੰ ਸਵਰਗ ਦੀ ਪ੍ਰਾਪਤੀ ਹੋ ਜਾਏਗੀ ਹਨਾ, ਜੇ ਤੂੰ ਸਵਰਗ ਹੀ ਜਾਣਾ ਚਾਹਨਾ, ਉੱਥੇ ਵੀ ਜਾ ਕੇ ਤੈਨੂੰ ਲੋਕਾਂ ਨੇ ਗੱਲਾਂ ਕਰਨੀਆਂ। ਵੇਖੋ ਜੀ ਇਹ ਅਰਜੁਨ ਜਿਹਨੇ ਕੀ ਨਾਮ ਸੀ ਉਹਦਾ, ਉਰਵਸ਼ੀ ਨੇ ਪ੍ਰਪੋਜ਼ ਕੀਤਾ ਸੀ ਅਰਜੁਨ ਨੂੰ, ਤੇ ਅਰਜੁਨ ਨੇ ਆਪਣੇ ਬ੍ਰਹਮਚर्य व्रत ਦਾ ਪਾਲਣ ਕਰਦੇ ਹੋਏ ਉਰਵਸ਼ੀ ਦੇ ਨਾਲ ਕੋਈ ਵੀ ਕੰਪਨੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕਾਮ ਵਾਸਨਾ ਨੂੰ ਹੀ ਅਰਜੁਨ ਨੇ ਜਿੱਤਿਆ ਹੈ। ਇਹ ਵੀ ਇਹੀ ਸਮਝ ਸਕਦੇ ਹਾਂ ਕਿ ਏਡਾ ਯੋਧਾ ਅਰਜੁਨ ਅੱਜ ਯੁੱਧ ਨਾ ਕਰਕੇ ਡੀ ਫੇਮ ਮਤਲਬ ਕਿ ਬਦਨਾਮੀ ਲੈਣਾ ਚਾਹੁੰਦਾ, ਤੇ ਭਗਵਾਨ ਨੂੰ ਬਿਲਕੁਲ ਮਨਜ਼ੂਰ ਨਹੀਂ ਹੈ ਕਿ ਅਰਜੁਨ ਬਦਨਾਮ ਹੋਵੇ। ਇਹ ਇੱਕ ਪੁਆਇੰਟ ਹੈ। ਦੂਜਾ ਪੁਆਇੰਟ ਕੀ ਹੈ ਕਿ ਸਾਨੂੰ ਕਦੇ ਵੀ ਆਪਣੇ ਕਰਤੱਵਯ ਦੀ ਉਪੇक्षा ਨਹੀਂ ਕਰਨੀ ਚਾਹੀਦੀ, ਹਮੇਸ਼ਾ ਆਪਣਾ ਕਰਤੱਵਯ ਨਿਭਾਉਣਾ ਚਾਹੀਦਾ। ਤੀਜੇ ਅਧਿਆਇ ਦੇ ਵਿੱਚ ਆਏਗਾ ਕਿ ਸਾਨੂੰ ਕਿੱਦਾਂ ਆਪਣਾ ਕਰਤੱਵਯ ਨਿਭਾਉਣਾ ਚਾਹੀਦਾ। ਮੈਨੂੰ ਕੱਲ ਯਾਦ ਆ ਰਹੀ ਹੈ, ਮੈਨੂੰ ਕਿਹਾ ਸੀ ਕਿਸੇ ਨੇ
कि देखो तुसी भगवत गीता पढ़ते हो, चंगी गल है भगवत गीता पढ़ते हो, पर है कि भगवत गीता कृष्ण राजा, अर्जुन वो भी राजा, भगवत गीता के दो राजियां दी डिस्कशन है आपस दे विच। दो राजे आपस की गल्लां करदे है, सानू ओहदे नाल की लैण देना। तुसी अपना काम करो, वो सानू समझाते हैं कि देखो तुसी अपना घर बार छड्ड के इत्थे तुसी बैठ गए हो, तुसी कपड़े पा ले है, भगवे कपड़े पा ले, ये तुहाडा किदां दा धर्म? ये की धर्म होया? अपना कारोबार छड्ड के, घर बार छड्ड के, घर दे छड्ड के, ये तुहाडा कित्थों दा धर्म है? जे तुसी भगवत गीता पढ़दे भी हो ना, भगवत गीता दे विच अर्जुन ने अपना घर छड्डिया नहीं, कृष्ण ने अपना घर छड्डिया नहीं, तुसी जिहड़े रब दी गल करदे पियो वो रब ने अपना घर नहीं छड्डिया, ते तुसी अपना घर छड्ड के किहड़ा धर्म निभांदे पियो? बड़ी पुरानी गल है, 15 साल पुरानी गल होनी घट्टो घट्ट है। मैं बड़ा इंप्रैस हो गया उसकी गल सुन के। गल ते ठीक है ना, जिहड़े रब दी ही पूजा करदे पियो उन्हें नहीं कदी घर छड्डिया, ते अही घर क्यों छड्डू? सानू भी अपना धर्म निभाना चाहिए। पर खैर उस इंसान को जिन्ना क पता सी, जिन्ना ज्ञान सी उहदे कोल, उन्हें अपना ज्ञान झाड़िया दिता। मेरे को भी चलो ज्यादा नॉलेज नहीं सी उदों, पर फिर जो ही शास्त्र पढ़े, शास्त्र दे विच दो तरह के धर्म कहे गए, एक लौकिक एक परलौकिक। या चलो लौकिक परलौकिक चलो नहीं समझ आना, एक आत्मा का धर्म, एक शरीर का धर्म ना। एक धर्म ऊपर है, एक धर्म थल्ले। एक एग्जाम्पल मैं तुहानू समझाना वा। मान लो कि माता पिता की सेवा करना साड़ा धर्म है। ऑफकोर्स माता पिता की सेवा धर्म है। धर्म शास्त्रां दे विच माता पिता नू भगवान का दर्जा दिता गया कि माता पिता भगवान के समान है, और है भी है। माता पिता ने सानू जन्म दिता है, साडा अज शरीर साडे माता पिता दी देन है, असीं जिथे रह रहे हैं वो साडे माता पिता दी देन है। सारा कुछ माता पिता ने साडे वास्ते इन्ना कीता, ते माता पिता की सेवा करनी ही चाहिए। ठीक है, एक जड़ा लड़का अपने माता पिता की सेवा करना चाहता है, उसकी इच्छा है कि मैं देश का सिपाही बना। एक लड़का, एक बेटा जड़ा अपने माता पिता की सेवा करता पे, एक वो बेटा जड़ा देश की सीमा ते लड़दा पे। जड़ा बंदा देश की सीमा ते लड़दा पे, ओदा मेन धर्म की है? देश वास्ते मर जाना ना। देश की सीमा ते जड़े जवान लड़दे ने, तुहाडा क्या हाल है? उन्होंने घरों फोन नहीं आते होने कि आ जा काका घर आ जा, बड़ा दिल करता है सानू मिलन। दिल उन्हों का भी करता है, घर जान मिलन नूं दिल करता है, पर है कि उन्हों दे कोल ऑर्डर नहीं घर जान। उन्हों का ऑर्डर ये है कि पहला देश की सेवा करना ज्यादा जरूरी है। जे उत्थे जंग लग जाए, दुश्मन देश अटैक कर दे, सारिया भैनां देखदियां रहनियां कि मेरा वीर आएगा, मैं उन्होंने रखड़ी बनना। सारिया मावां डिकन गया कि दिवाली आने वाली है, मुंडा आएगा ते घर कल सारे जने इकट्ठे होकर दिवाली मनावांगे। वेट करते हैं पेरेंट्स, पर उन्होंने भी पता है, पेरेंट्स को भी पता है, मुंडे को भी पता है कि नहीं घर इन्ना ज्यादा जरूरी नहीं है, देश से जी लड़ाई लगी दी है वो करना ज्यादा नहीं। मतलब ये सेंस हैगी है लोगों के इंडिया चलो कॉमन सेंस है कि लोगों को पता है हायर धर्म केड़ा है, लोअर धर्म है ना। उदा ही जो लौकिक धर्म है वो लोअर है, और लौकिक धर्म वो हायर है। धर्म शास्त्रां च क्या है, जे तुही अपने किदा एग्जाम्पल ले रहे हैं, हाँ, जे महल्ले नूं बचाने वास्ते घर छड्डना पे ते छड्ड दो। देश नूं बचाने वास्ते जे तुहानूं अपना समाज छड्डना पे ते छड्डिया जा सकदा। ते आत्मा नूं बचाने वास्ते जे देश भी छड्डना पे, देश नूं भी छड्डिया जा सकदा।
ਕਿ ਹਾਇਰ ਧਰਮ ਨੂੰ ਬਚਾਉਣ ਵਾਸਤੇ ਲੋਅਰ ਧਰਮ ਨੂੰ ਛੱਡਿਆ ਜਾ ਸਕਦਾ ਹੈ। ਇਹ ਤਾਂ ਹੁੰਦਾ, ਮੰਨ ਲਓ ਕਿ ਤੁਹਾਡੇ ਹੱਥ ਤੇ ਕੱਟ ਲੱਗ ਗਿਆ, ਬਲੇਡ ਲੱਗ ਗਿਆ, ਇੱਥੇ ਬਲੇਡ ਲੱਗ ਗਿਆ ਤੇ ਨਾਲ ਹੀ ਤੁਹਾਡੀ ਕੂਹਣੀ ਤੇ ਚਾਕੂ ਲੱਗ ਗਿਆ, ਇੱਥੋਂ ਜ਼ਿਆਦਾ ਖੂਨ ਵਗਦਾ ਪਿਆ ਕੂਹਣੀ ਦੇ ਵਿੱਚੋਂ, ਕੂਹਣੀ ਤੇ ਮਾੜਾ ਜਿਹਾ ਬਲੇਡ ਲੱਗਾ, ਥੋੜਾ ਇੱਕ ਅੱਧੀ ਬੂੰਦ ਬਾਹਰ ਆਈ ਹੈ, ਤੇ ਮੈਨੂੰ ਤੁਸੀਂ ਇਹ ਦੱਸੋ ਕਿ ਪਹਿਲਾਂ ਤੁਸੀਂ ਬਲੇਡ ਲੱਗੀ ਵਾਲੀ ਉਂਗਲੀ ਦਾ ਇਲਾਜ ਕਰੋਗੇ, ਜਿੱਥੇ ਚਾਕੂ ਲੱਗਾ ਜਿਹੜਾ ਬੜਾ ਖੂਨ ਵਗਦਾ ਪਿਆ ਉਹਦਾ ਇਲਾਜ ਕਰੋਗੇ? ਆਫ ਕੋਰਸ ਜਿੱਥੇ ਚਾਕੂ ਲੱਗਾ ਉਹਦਾ ਇਲਾਜ ਪਹਿਲਾਂ ਕੀਤਾ ਜਾਏਗਾ, ਉਹਦਾ ਖੂਨ ਪਹਿਲਾਂ ਰੋਕਿਆ ਜਾਏਗਾ, ਉਹਦੇ ਵਿੱਚੋਂ ਤਾਂ ਖੂਨ ਹੀ ਨਿਕਲਦਾ ਪਿਆ। ਕਿ ਸਰੀਰ ਦੀ ਸੇਵਾ ਕਰਨਾ ਜਾਂ ਸਰੀਰ ਦੇ ਨਾਲ ਸੰਬੰਧਿਤ ਲੋਕਾਂ ਦੀ ਸੇਵਾ ਕਰਨਾ ਜਾਂ ਸਰੀਰ ਦੇ ਨਾਲ ਸੰਬੰਧਿਤ ਸਮਾਜ ਦੀ ਸੇਵਾ ਕਰਨਾ ਇੰਨਾ ਜ਼ਿਆਦਾ ਜ਼ਰੂਰੀ ਨਹੀਂ ਹੈ। ਜ਼ਰੂਰੀ ਕੀ ਹੈ? ਆਤਮਾ ਨੂੰ ਬਚਾਉਣਾ ਜ਼ਿਆਦਾ ਜ਼ਰੂਰੀ ਹੈ। ਦੋ ਤਰ੍ਹਾਂ ਦੇ ਧਰਮ ਦੀ ਮੈਂ ਗੱਲ ਕਰਦਾ ਪਿਆ, ਇੱਕ ਲੌਕਿਕ, ਇੱਕ ਪਰਲੌਕਿਕ, ਜਾਂ ਇੱਕ ਸਰੀਰ ਦਾ ਧਰਮ, ਦੂਜਾ ਆਤਮਾ ਦਾ ਧਰਮ। ਅਰਜੁਨ ਆਪਣੇ ਦੋਵੇਂ ਧਰਮਾਂ ਤੋਂ ਭੱਜਦਾ ਪਿਆ। ਅਰਜੁਨ ਸਰੀਰ ਦਾ ਧਰਮ ਵੀ ਨਹੀਂ ਨਿਭਾ ਰਿਹਾ, ਅਰਜੁਨ ਆਤਮਾ ਦਾ ਧਰਮ ਵੀ ਨਹੀਂ ਨਿਭਾ ਰਿਹਾ। ਆਤਮਾ ਦਾ ਧਰਮ ਕੀ ਹੈ? ਆਤਮਾ, ਭਗਵਤ ਗੀਤਾ ਕਹਿ ਰਹੀ ਹੈ ਕਿ ਆਤਮਾ ਭਗਵਾਨ ਕ੍ਰਿਸ਼ਨ ਦਾ ਅੰਸ਼ ਹੈ। ਭਗਵਾਨ ਕ੍ਰਿਸ਼ਨ ਜਿਹੜੇ ਭਗਵਤ ਗੀਤਾ ਦੇ ਵਕਤਾ ਨੇ, ਜਿਨ੍ਹਾਂ ਨੇ ਭਗਵਤ ਗੀਤਾ ਦੱਸੀ ਸਾਨੂੰ, ਸਾਡੀ ਪਹਿਲੀ ਡਿਊਟੀ ਕੀ ਬਣਦੀ ਹੈ ਕਿ ਜਿਨ੍ਹਾਂ ਨੇ ਸਾਨੂੰ ਬਣਾਇਆ, ਸਾਨੂੰ ਮਤਲਬ ਕਿ ਅਸੀਂ ਕੌਣ ਆ? ਅਸੀਂ ਆਤਮਾ ਹਾਂ। ਸਾਡੀ ਪਹਿਲੀ ਡਿਊਟੀ ਹੈ ਕਿ ਭਗਵਾਨ ਦੀ ਸੇਵਾ ਕੀਤੀ ਜਾਏ, ਭਗਵਾਨ ਦੀ ਆਗਿਆ ਦਾ ਪਾਲਣ ਕੀਤਾ ਜਾਏ। ਭਗਵਾਨ ਦੀ ਆਗਿਆ ਪਾਲਣ ਕਰਨਾ ਸਾਡਾ ਪਹਿਲਾ ਕਰਤੱਵ ਹੈ। ਫਿਰ ਦੂਜਾ ਕਰਤੱਵ ਕੀ ਹੈ? ਦੂਜਾ ਕਰਤੱਵ ਬਾਅਦ ਚੋਂ ਆਉਂਦਾ, ਆਪਣੇ ਮਾਤਾ ਪਿਤਾ ਦੀ ਸੇਵਾ ਕਰਨਾ ਜਾਂ ਸਮਾਜ ਦੀ ਸੇਵਾ ਕਰਨਾ। ਉਹਦੇ ਵਿੱਚ ਵੀ ਤੁਸੀਂ ਦੇਖਣਾ ਹੈ ਕਿ ਹਿੰਸਾ ਕੀ ਕਰਨੀ ਹੈ ਤੇ ਅਹਿੰਸਾ ਕੀ ਕਰਨੀ ਹੈ। ਅਗਰ ਜੇਕਰ ਅਸੀਂ ਅਰਜੁਨ ਦੀ ਗੱਲ ਕਰੀਏ, ਅਰਜੁਨ ਨੂੰ ਹਿੰਸਾ ਕਰਨਾ ਜਾਇਜ਼ ਹੈ। ਅਰਜੁਨ ਵਾਸਤੇ, ਅਰਜੁਨ ਜੇ ਸਮਾਜ ਦੇ ਵਿੱਚ ਆਤਾ ਤਾਈਆਂ ਨੂੰ ਨਹੀਂ ਮਾਰੇਗਾ, ਗੰਦਗੀ ਦੀ ਸਫਾਈ ਨਹੀਂ ਕਰੇਗਾ, ਤੇ ਫਿਰ ਅਰਜੁਨ ਵਰਗੇ ਖੱਤਰੀ ਹੋਣ ਦਾ ਫਾਇਦਾ ਕੀ ਹੈ? ਜੇ ਸਾਡੀ ਦੇਸ਼ ਦੀ ਪੁਲਿਸ ਹੈ, ਉਹ ਸਾਰਿਆਂ ਨਾਲ ਹੱਥ ਮਿਲਾਈ ਜਾਏ, ਉਹਨਾਂ ਚੋਰਾਂ ਨਾਲ ਵੀ ਹੱਥ ਮਿਲਾ ਲੇ, ਪ੍ਰਧਾਨ ਮੰਤਰੀ ਨਾਲ ਵੀ ਹੱਥ ਮਿਲਾ ਲੇ, ਸਾਰੇ ਜਿਹੜੇ ਨਹੀਂ ਸਭ ਬਰਾਬਰ ਨੇ, ਸਾਨੂੰ ਲੜਨਾ ਨਹੀਂ ਚਾਹੀਦਾ, ਸਾਰੇ ਪਿਆਰ ਨਾਲ ਰਹੋ, ਪਰ ਪੁਲਿਸ ਦੀ ਗੱਲ ਕੌਣ ਸੁਣਦਾ ਹੈ? ਪੁਲਿਸ ਦੇ ਹੱਥ ਵਿੱਚ ਡੰਡਾ ਦਿੱਤਾ ਹੀ ਇਸੇ ਕਰਕੇ ਜਾਂਦਾ ਕਿ ਜਦੋਂ ਲੋੜ ਪਏ ਤੇ ਡੰਡਾ ਚਲਾਓ। ਉਹਨਾਂ ਨੂੰ ਪਿਸਤੌਲ ਇਸੇ ਕਰਕੇ ਦਿੱਤੀ ਜਾਂਦੀ ਕਿ ਜਿੱਥੇ ਤੁਹਾਨੂੰ ਲੱਗੇ ਔਨ ਦੀ ਸਪੋਟ ਤੁਸੀਂ ਆਪਣਾ ਐਕਸ਼ਨ ਲੈ ਸਕਦੇ ਹੋ। ਬੰਦੂਕ ਹੀ ਨਹੀਂ ਚਲਾਣੀ, ਜੇ ਡੰਡਾ ਫੜ ਕੇ ਤੁਸੀਂ ਘੁਮਾਣਾ ਹੀ ਹੈ, ਕਿਸੇ ਨੂੰ ਮਾਰਨਾ ਨਹੀਂ ਹੈ, ਤੇ ਫਿਰ ਕੀ ਫਾਇਦਾ ਤੁਹਾਡੇ ਪੁਲਿਸ ਦੇ ਵਿੱਚ ਭਰਤੀ ਹੋਣ ਦਾ? ਤੇ ਉਹ ਖੱਤਰੀ ਦਾ ਫਾਇਦਾ ਹੀ ਨਹੀਂ ਹੈ। ਜਿਹੜਾ ਖੱਤਰੀ ਹੈ ਨੂੰ ਪਤਾ ਹੀ ਨਹੀਂ ਹੈ ਕਿ ਹਿੰਸਾ ਵੀ ਕਰਨੀ ਚਾਹੀਦੀ ਹੈ। ਇਹ ਨਹੀਂ ਕਿ ਅਹਿੰਸਾ ਪਰਮੋ ਧਰਮ ਹੈ, ਨਹੀਂ, ਲੋੜ ਪੈਣ ਤੇ ਹਿੰਸਾ ਵੀ ਕਰਨੀ ਪੈਂਦੀ। ਤੇ ਲੋੜ ਪੈਣ ਤੇ ਅਰਜੁਨ ਨੂੰ ਚਾਹੀਦਾ ਹੈ ਕਿ ਉਹ ਮਾਰੇ, ਗੰਦੇ ਲੋਕ ਨੇ, ਆਤਾ ਤਾਈ ਨੇ, ਅਧਰਮ ਫੈਲਾ ਰਹੇ ਆ ਦੇਸ਼ ਦੇ ਵਿੱਚ, ਤੇ ਧਰਮ ਦੀ ਰੱਖਿਆ ਕਰਨਾ ਸਿਰਫ ਭਗਵਾਨ ਦਾ ਕੰਮ ਨਹੀਂ ਹੈ, ਸਾਡਾ ਵੀ ਧਰਮ ਹੈ। ਅਸੀਂ ਵੀ ਧਰਮ ਦੀ ਰੱਖਿਆ ਕਰਨੀ ਹੈ, ਸਾਡੀਆਂ ਵੀ ਡਿਊਟੀਆਂ ਹੈਗੀਆਂ ਨੇ। ਇਹ ਨਹੀਂ ਕਿ ਬਸ ਵਿਹਲੇ ਬੈਠੇ ਰਹੋ ਤੇ ਆਪਣਾ ਚੱਲਦਾ ਰਹੇਗਾ ਸਾਰਾ ਕੁਛ, ਨਹੀਂ, ਸਾਡੀਆਂ ਵੀ ਕੁਛ ਡਿਊਟੀਆਂ ਬਣਦੀਆਂ ਨੇ। ਐਜ਼ ਏ ਆਤਮਾ, ਅਸੀਂ ਆਤਮਾ, ਆਤਮਾ ਜੇਕਰ ਅਸੀਂ ਆਤਮਾ ਵਾ ਤੇ ਸਾਡਾ ਭਗਵਾਨ ਦੇ ਪ੍ਰਤੀ ਕਰਤੱਵ ਬਣਦਾ ਹੈ। ਕਿਉਂਕਿ ਆਤਮਾ ਇਸ ਸਰੀਰ 'ਚ ਰਹਿ ਰਹੀ ਹੈ, ਅਸੀਂ ਜਿਹੜੇ ਸਮਾਜ ਦੇ ਵਿੱਚ ਰਹਿ ਰਹੇ ਹਾਂ ਸਾਡੇ ਸਰੀਰ ਦੇ ਨਾਲ ਸੰਬੰਧਿਤ ਹੈ, ਇਸ ਕਰਕੇ ਸਰੀਰ ਦੇ ਨਾਲ ਵੀ ਇਹ ਲੌਕਿਕ ਧਰਮ ਵੀ ਨਿਭਾਉਣਾ ਜ਼ਰੂਰੀ ਹੈ, ਪਰਲੌਕਿਕ ਧਰਮ ਵੀ ਨਿਭਾਉਣਾ ਜ਼ਰੂਰੀ ਹੈ। ਪਰ ਜਿੰਨੀ ਦੇਰ ਤੱਕ ਅਸੀਂ ਆਪਣਾ ਪਰਲੌਕਿਕ ਧਰਮ ਸਮਝ ਨਹੀਂ ਲੈਂਦੇ, ਉਨੀ ਦੇਰ ਤੱਕ ਲੌਕਿਕ ਧਰਮ ਜ਼ਰੂਰ ਨਿਭਾਉਣਾ ਚਾਹੀਦਾ। ਪਰ ਅਰਜੁਨ ਕੀ ਕਰ ਰਿਹਾ? ਅਰਜੁਨ ਤੇ ਦੋਵੇਂ ਧਰਮਾਂ ਤੋਂ ਭੱਜਦਾ ਪਿਆ, ਨਾ ਉਹ ਲੋਕੀ ਧਰਮ ਨਿਭਾ ਰਿਹਾ, ਨਾ ਪਰਲੌਕੀ ਧਰਮ। ਹੁਣ ਪ੍ਰਸ਼ਨ ਇਹ ਆਉਂਦਾ ਕਿ ਅਸੀਂ ਤੇ ਖੱਤਰੀ ਨਹੀਂ ਹੈਗੇ, ਕਲਯੁਗ ਚੱਲਦਾ ਪਿਆ, ਕਲਯੁਗ ਦੇ ਵਿੱਚ ਤੇ ਬ੍ਰਾਹਮਣ ਤੇ ਆਲਮੋਸਟ ਖਤਮ ਹੋ ਗਏ ਨੇ, ਖੱਤਰੀ ਵੀ ਨਹੀਂ ਰਹੇ। ਵੀ ਖੱਤਰੀ ਆਪਣਾ ਧਰਮ ਨਿਭਾਉਂਦਾ ਲੋਕ ਹਿੱਤ ਵਾਸਤੇ, ਲੋਕਾਂ ਦੇ ਕਲਿਆਣ ਵਾਸਤੇ। ਅੱਜ ਕੱਲ ਲੋਕ ਹਿੱਤ ਦੀ ਭਾਵਨਾ ਕਿਹਦੇ ਅੰਦਰ ਹੈ? 1% ਇੰਨੀ ਆਬਾਦੀ ਹੈ, ਕੌਣ ਸੋਚਦਾ ਦੂਜਿਆਂ ਬਾਰੇ? ਕੋਈ ਨਹੀਂ ਸੋਚਦਾ। ਹਾਂ, ਲੋਕੀ ਲੰਗਰ ਲਾਉਂਦੇ ਹੈ, ਸੇਵਾ ਕਰਦੇ ਹੈ, ਛਬੀਲਾਂ ਲਾਉਂਦੇ ਹੈ, ਸਕੂਲ ਕਾਲਜ ਖੋਲਦੇ ਹੈ, ਪਰ ਉਹ ਵੀ ਸਿਲੈਕਟਡ ਹੀ ਹੈ। ਇੱਕ ਅੱਧਾ ਹੀ ਹੋਏਗਾ, ਕੋਈ ਸਾਰੇ ਨਹੀਂ ਹੈਗੇ। ਉਹਦੇ ਵਿੱਚੋਂ ਜਿਹੜਾ ਇੱਕ ਅੱਧਾ ਹੈਗਾ, ਉਹਨੂੰ ਵੀ ਜੇ ਤੁਸੀਂ ਕੁਝ ਕਹੋਗੇ ਉਹਨੂੰ ਗੁੱਸਾ ਆ ਜਾਏਗਾ। ਉਹ ਵੀ ਆਪਣੇ ਨੇਮ ਐਂਡ ਫੇਮ ਕਰਕੇ ਦਾਨ ਦੇ ਰਿਹਾ, ਸਕੂਲ ਕਾਲਜ ਖੋਲ੍ਹਿਆ ਕਿ ਮੇਰੀ ਪਲੇਟ ਲੱਗ ਜੇ, ਲੱਗਾ ਹੁੰਦਾ ਨਾ ਸਤਸੰਗ ਘਰਾਂ ਦੇ ਵਿੱਚ,
श्रीमती फलानी फलानी की याद में ये पंखे लगवाए गए, ये गेट इसकी याद में लगवाया गया। मजा आता लोगों को, लोग उन्होंने बारे गल करन कि वो बड़ा बड़ा दानी है, कईयों अपने दान का बड़ा अहंकार होता है, अही दान किया, पर वो ठीक है, वो भी एक स्वार्थी है, वो भी निस्वार्थ नहीं है। मैं की गल कर रहा सी, मैं समझा रहा सी कि अही तो क्षत्रिय नहीं है, महाभारत के लिए कलो शूद्र संभव है, कलयुग च सारे ही पॉसिबिलिटी है कि सब शूद्र बन जाए। शूद्र का मतलब की है जड़ा जिन्होंने यह नहीं पता कि एम ऑफ लाइफ की है, बस जिहदे नाल लगी गली उहदे नाल तुर चली, कोई हिसाब है, बैठे रहेंगे सारा दिन, सोचते रहेंगे, गल्लां करी जाएंगे, प्लानिंग करी जाएंगे, एप्लीकेशन जीरो। ज्यादातर अही साडी सोच इन्नी छोटी हो चुकी है कि अही और को सोच ही नहीं पा रहे, सिर्फ अपने शरीर बारे सोचते या शरीर दे नाल संबंधित चीज़ां बारे सोचते हैं। ते जदों साडी इच्छा पूरी नहीं हुंदी ते साडा रोना निकल जाता है, फ्रस्ट्रेशन आती है। शूद्र का मतलब यही है, शोकम द्रव्यति इति शूद्र, जिहड़ा बंदा रोंदा रहंदा है, सोचता रहता है, सोच के इदां हो जाएगा उदां हो जाएगा, जे तां ना होया ते जो तां ना होया ते टक टक टक, इदां दी सोच मतलब शूद्र है। शूद्र का की धर्म है, साडा की धर्म है, सानू ते नॉलेज नहीं हैगी, सानू कुछ पता ही नहीं है। गीता कई सानू मैनू आके कई लोग इदा कहते हैं कि प्रभु जी इन्नी बारी गीता पढ़ी दी, गीता समझ नहीं आती, नहीं समझ आ, इदा गीता कभी नहीं समझ आनी, क्योंकि शूद्र का धर्म की है, जेकर ही सारे शूद्र बन ही गए हैं, साडी सोच गंदी हो चुकी है, अभी सिर्फ अपने शरीर बारे सोचते हैं। पर शूद्रां वास्ते भी साडे शास्त्रां दे विच की कहा गया, शूद्रां दा धर्म की है, परिचर्यायाम। परिचर्या का मतलब है सेवा। ओके, परिचर्या का मतलब है सेवा। शूद्र का काम है सेवा करनी, उन्हें सेवा करनी चाहिए, पर अही साडी प्रॉब्लम की अही सेवा नहीं करना चाहते, अही स्वामी बनना चाहते। अर्जुन का धर्म सी युद्ध करना, देश को बचाना, पर साडा धर्म की मानता है वैष्णवां दी सेवा करना। सानू उतों नहीं बचना चाहिए, जिद्दां वैष्णव सानू कह रहे है वो काम सानू करना चाहिए। ज्यादातर ब्रह्मचर्य, गृहस्थ, वानप्रस्थ, संन्यास, सारे का अपना अपना धर्म है। ब्रह्मचारी का अपना धर्म है, ब्रह्मचारी का धर्म की है असिस्ट करना, सन्यासियों को असिस्ट करना या गृहस्थां को असिस्ट करना, उन्होंने जिहड़ी चीज़ की जरूरत है वो चीज़ां उन्होंने देनी है। गृहस्थ का धर्म की है बाकी 3 वर्णा का पालन करना, डोनेशन दो उन्होंने, डिवोटीज अपने घर बुलाओ, इनवाइट करो, फिर उन्होंने प्रसाद खवाओ, उन्होंने जिहड़ियां बेसिक नीड्स ने उन्होंने फुलफिल करो। इहदे वानप्रस्थ या सन्यासियों का की धर्म है, वो लोगों को ज्ञान देवे, नॉलेज देवे। पर मैनू पता है इत्थे ज्यादातर गृहस्थ ही बैठे ने, गृहस्थां दा की ड्यूटी बनती है कि इनवाइट करो डिवोटीज, ये साडा धर्म है। वैष्णव सेवा करो, ये साडा धर्म है। भगवान का नाम लो क्योंकि गुरु परंपरा की इच्छा है, ये साडा धर्म है। सानू कभी भी अपना धर्म नहीं भुलना चाहिए। ऑफ कोर्स भगवान का नाम लेना, वैष्णव की सेवा करना, ये तो परलौकिक धर्म है, आत्मा का धर्म है, शरीर का भी धर्म है ना। साडे जेडे वाइफ है, बच्चे, समाज, इन्हां पर साडी ड्यूटी की है, इन्हां नू कृष्ण भक्ति करन दा अवसर दिता जाए। जिवें होस्ट प्रोग्राम करो, इस करके सानू अही जे ए काम नहीं करांगे बीइंग ए शूद्र, फिर सानू पाप लगेगा, फिर साडा माइंड डिस्टर्ब हो जाएगा। धर्म नु फॉलो नहीं करेंगे तो माइंड डिस्टर्ब होगा। इस करके अर्जुन का भी माइंड डिस्टर्ब है। वो कह रहे हैं कि फिर अगले श्लोक से कह रहे हैं कि लोग सदैव तुम्हारे अपयश का वर्णन करेंगे और सम्मानित व्यक्ति के लिए अपयश तो मृत्यु भी बढ़ता है। क्यों ही हम पहला भी गाल कर दो, जेकर डीफेमी हो गई थी, बदनाम हो गए, फिर तो उतना वधिया है कि तुम मर जाओ, साइड कर लो, ज्यादा वधिया है, पर बदनामी होगी तो पल पल तुम मरो। इस करके कहने का मतलब है वह दो श्लोकों के कहने का मतलब है कि सानू हमेशा अपनी ड्यूटी जरूर पूरी करनी चाहिए, अपनी ड्यूटी तो कभी नहीं भजना चाहिए। जिहड़ी सेवा तुहानू दित्ती गई है वो सेवा जरूर करो, जेकर हो सके तो उस सेवा नू होर ज्यादा किवें वधिया तरीके नाल कीता जाए वो भी सानू जरूर करनी चाहिए। जे तुसीं अपनी सेवा तो भजोगे कि
लगेगा ਤੁਹਾਨੂੰ पाप लगे, ऑफेंस लगेगा। दो श्लोक का मैसेज। हरे कृष्णा, श्री प्रभुपाद की जय। टाइमर लगा था, आज मीटिंग जल्दी खत्म हो जानी है। किसी का कोई प्रश्न है 1-2 मिनट। हरे कृष्णा, मैं रिक्वेस्ट करांगा डिवोटीज ਨੂੰ, ਜੇ ਤੁਹਾਡਾ